श्री वाहिगुरु साहिब जी। दंडौत बंदन अनक बार, सर्व कला समरथ। डोलन ते राखो प्रभु, नानक दे कर हथ। ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल राखी मेरी। वाहिगुरु साहिब जियो सो कोटल गुर सेवियै, ऐनस सहज सुभाए। दर्शन परस्ये गुरु कै, जन्म मरण दुख जाए। होए सिफत खसम दी, नूर अरसों कुरसों झटियै। तुद डिठे सच्चे पातशाह, मल जन्म जन्म दी कटियै। वाहिगुरु जियो श्लोक महला पहला। नानक मेर शरीर का, इक रत वाहो। जुग जुग फेर वटाइए, ज्ञानी बूझें ताए। नानक मेर शरीर का, इक रत वाहो। जुग जुग फेर वटाइए, ज्ञानी बूझें ताए। सतजुग रथ संतोख का, धर्म अगै रथवाओ। त्रेतै रथ जतै का, जोर अगै रथवाओ। द्वापर रथ तपै का, सत्य अगै रथवाओ। कल जुग रथ अगन का, कूड़ अगै रथवाओ। महला पहला। शाम कह से तंबर स्वामी, सच में आछे साच रहे। सबको सच समावै, ऋग कह रहा भरपूर। राम नाम देवा में सूर, नाय ले पराछत जाए। नानक तो मोखंतर पाए। जुज में जोर छली चंद्रावल, कान कृष्ण जादम भया। पार जात गोपी ले आया, वृंदावन में रंग किया। कल में वेद अथर्वण हुआ, नाव खुदाई अलोभया। नील वस्त्र ले कपड़े पहरे, तुरक पठानी अमल किया। चारे वेद होए सचार, पढ़े गुणे तिन चार विचार। भाव भगत करनीच सदाए, तो नानक मोखंतर पाए। पौड़ी। सतगुर विठो वारिया, जित मिलिए खसम संभालिया। जिन कर उपदेश ज्ञान अंजन दिया, इन नेत्री जगत निहालिया। खसम छोड़ दूजे लगे, डूबे से वण जा रहा। सतगुरु है बोहिता, विरले किने विचारिया। कर कृपा पार उतारिया, कर कृपा पार उतारिया। वाहिगुरु जी का खालसा, वाहिगुरु जी की फतेह। जुगो जुग अटल, धन धन सतगुरु। ये वाली लाइट दिलाना भाई साहब, ये वाली। बाणी दे बोहित, धन धन श्री गुरु ग्रंथ साहिब महाराज जी की पावन हजूरी विच सुभाएमान गुरु की साथ संगत। धन धन सतगुरु श्री गुरु नानक देव महाराज, जिन्हों ने बख्शिश करके सानू अपार ज्ञान बख्शिया है, जिस दे करके कि
ਇਸ ਸੰਸਾਰ ਦੇ ਵਿੱਚ ਇਹਨਾਂ ਵਿਕਾਰਾਂ ਦੀ ਅੱਗਾਂ ਦੇ ਵਿੱਚ ਅਸੀਂ ਗੁਰੂ ਦਾ ਪੱਲਾ ਫੜ ਕੇ ਸਹਿਜੇ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹਾਂ। ਸਤਿਗੁਰਾਂ ਨੇ ਜੋ ਉਪਾਅ ਦੱਸੇ ਨੇ ਉਹਨਾਂ ਵਿੱਚ ਸਭ ਤੋਂ ਉੱਚਾ ਉਪਾਅ ਮਹਾਰਾਜ ਨੇ ਦੱਸਿਆ ਹੈ ਸਤਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਨੀ, ਉਸ ਦੀ ਕੀਰਤ ਕਰਨੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮ। ਹਰ ਸਮੇਂ ਦਾ, ਹਰ ਯੁੱਗ ਦਾ, ਭਾਵੇਂ ਲੋਕਾਂ ਨੇ ਵੱਖਰੇ ਵੱਖਰੇ ਵਿਚਾਰ ਬਣਾਏ ਹੋਣ, ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਬਖਸ਼ਿਸ਼ ਸਾਡੇ 'ਤੇ ਕੀਤੀ ਹੈ, ਉਹਨਾਂ ਨੇ ਇਹੀ ਦੱਸਿਆ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਜਿਸ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਜਿਸ ਨੇ ਸਾਰੇ ਜੀਵ ਬਣਾਏ ਨੇ, ਉਸ ਦੀ ਕੀਰਤੀ ਕਰਨਾ, ਉਸ ਦੇ ਗੁਣ ਗਾਉਣਾ, ਉਸ ਨੂੰ ਯਾਦ ਰੱਖਣਾ, ਇਹੀ ਸਭ ਤੋਂ ਉੱਚਾ ਕਰਮ ਹੈ। ਅਤੇ ਇਹ ਕਰਮ ਹੋ ਸਕਦਾ ਹੈ ਸਤਸੰਗਤ ਵਿੱਚ ਆ ਕੇ, ਗੁਰੂ ਦੀ ਸ਼ਰਣੀ ਆ ਕੇ। ਸੋ ਸਤਿਗੁਰ ਦਾ ਕੋਟਾਨ ਕੋਟ ਧੰਨਵਾਦ ਕਰੀਏ ਜਦੋਂ ਵੀ ਸਾਨੂੰ ਅਵਸਰ ਮਿਲੇ ਗੁਰਚਰਨਾਂ ਵਿੱਚ ਆਉਣ ਦਾ, ਸਤਸੰਗਤ ਵਿੱਚ ਆਉਣ ਦਾ। ਆਪਣੇ ਇਸ ਸਮੇਂ ਨੂੰ ਅਸੀਂ ਸਫਲ ਕਰੀਏ, ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰੀਏ, ਗੁਰਚਰਨਾਂ ਨਾਲ ਚਿੱਤ ਜੋੜੀਏ। ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਾਨ ਬਾਣੀ ਆਸਾ ਜੀ ਕੀ ਵਾਰ ਦੀ ਲੜੀਵਾਰ ਵਿਚਾਰ ਆਪ ਸਰਵਣ ਕਰ ਰਹੇ ਹੋ। ਪਿਛਲੇ ਹਫਤੇ ਤੱਕ 12 ਪੌੜੀਆਂ ਦੀ ਵਿਚਾਰ ਸੰਪੂਰਨ ਹੋ ਗਈ ਸੀ। ਇਹ ਅੱਧ ਹੈ ਆਸਾ ਜੀ ਦੀ ਵਾਰ ਦਾ, ਕਿਉਂਕਿ 24 ਪੌੜੀਆਂ ਦੀ ਆਸਾ ਜੀ ਦੀ ਵਾਰ ਹੈ। ਅੱਜ 13ਵੀਂ ਪੌੜੀ ਤੋਂ ਪਹਿਲਾਂ ਜਿਹੜੇ 2 ਸ਼ਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ ਅਤੇ ਪੌੜੀ ਜਿਹੜੀ ਹੈ ਉਸ ਦਾ ਪਾਠ ਆਪਨੇ ਸਰਵਣ ਕੀਤਾ ਹੈ। 12ਵੀਂ ਪੌੜੀ ਦੇ ਵਿੱਚ ਮਹਾਰਾਜ ਨੇ ਜੋ ਉਪਦੇਸ਼ ਕੀਤਾ ਸੀ, ਟੂਕ ਮਾਤਰ ਉਸ ਨੂੰ ਵੀ ਯਾਦ ਕਰਨਾ ਜ਼ਰੂਰੀ ਹੈ ਤਾਂ ਕਿ ਅੱਗੇ ਲੜੀ ਬਣੀ ਰਹੇ। ਸਤਿਗੁਰਾਂ ਨੇ ਕਿਹਾ ਸੀਗਾ ਕਿ ਜਿਹੜੇ ਲੋਕੀ ਇਹ ਵਿਚਾਰ ਕਰਦੇ ਨੇ ਕਿ ਜਿਹੜੇ ਬਹੁਤੇ ਪੜ੍ਹੇ ਲਿਖੇ ਮਨੁੱਖ ਨੇ, ਵਿਦਵਾਨ ਨੇ, ਸਿਆਣੇ ਨੇ, ਉਹਨਾਂ ਨੂੰ ਛੇਤੀ ਹੀ ਅਕਾਲ ਪੁਰਖ ਦੀ ਪ੍ਰਾਪਤੀ ਹੋ ਸਕਦੀ ਹੈ ਜਾਂ ਛੇਤੀ ਹੀ ਮੁਕਤ ਹੋ ਸਕਦੇ ਨੇ। ਮਹਾਰਾਜ ਕਹਿੰਦੇ ਨੇ ਇਹ ਵਿਚਾਰ ਉਹਨਾਂ ਦਾ ਗਲਤ ਹੈ। ਅਸਲ ਦੇ ਵਿੱਚ ਉੱਥੇ ਪੜ੍ਹਾਈ ਲਿਖਾਈ ਨਹੀਂ, ਸਿਆਣਪ ਨਹੀਂ, ਉੱਥੇ ਤੇ ਸਾਡੇ ਚੰਗੇ ਅਮਲ ਜਿਹੜੇ ਨੇ, ਚੰਗੇ ਕਰਮ ਜਿਹੜੇ ਨੇ, ਉਹਨਾਂ ਦਾ ਵਿਚਾਰ ਹੋਣਾ ਹੈ। ਵਿਚਾਰ ਅੱਗੇ ਵਿਚਾਰੀਏ ਮਹਾਰਾਜ ਨੇ ਕਿਹਾ ਸੀ, ਅਤੇ ਉਸ ਦੇ ਅਨੁਸਾਰ ਹੀ ਮਨੁੱਖ ਦੀ ਜੀਵਾਤਮਾ ਦਾ ਫੈਸਲਾ ਹੋਣਾ ਹੈ। ਅੱਜ ਜਿਹੜਾ ਸਬਜੈਕਟ ਮਹਾਰਾਜ ਨੇ ਸਾਨੂੰ ਇਹਦੇ ਵਿੱਚ ਦੱਸਿਆ ਹੈ, ਮਹਾਰਾਜ ਨੇ ਜ਼ਿਕਰ ਕੀਤਾ ਹੈ 4 ਯੁੱਗਾਂ ਦਾ। ਦੂਜੇ ਸ਼ਲੋਕ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਹੈ 4 ਵੇਦਾਂ ਦਾ, ਅਤੇ ਯੁੱਗਾਂ ਦੇ ਅਨੁਸਾਰ, ਵੇਦਾਂ ਦੇ ਅਨੁਸਾਰ ਜਿਹੜੇ ਇਸ਼ਟ ਹੋਏ ਨੇ, ਜਿਨ੍ਹਾਂ ਦੀ ਆਰਾਧਨਾ ਹੋਈ ਹੈ ਸਮੇਂ ਸਮੇਂ, ਉਹਨਾਂ ਦਾ ਜ਼ਿਕਰ ਮਹਾਰਾਜ ਨੇ ਕੀਤਾ ਹੈ। ਪਾਠ ਆਪਾਂ ਕੀਤਾ ਹੈ 2ਵੇਂ ਸ਼ਲੋਕਾਂ ਦਾ ਪੌੜੀ ਦਾ, ਪਰ ਮਹਾਰਾਜ ਬਖਸ਼ਿਸ਼ ਕਰਨ, ਕਿਉਂਕਿ ਲੰਮੇਰੇ ਸ਼ਲੋਕ ਨੇ, ਪਾਠ ਕਰਕੇ ਸਮਝਣਾ ਜ਼ਰੂਰੀ ਸੀ ਕਿ ਇਹ ਵਿਸ਼ਾ ਇੱਕੋ ਹੀ ਹੈ 2ਵੇਂ ਸ਼ਲੋਕਾਂ ਦਾ। ਜਿਵੇਂ ਮਹਾਰਾਜ ਬਖਸ਼ਿਸ਼ ਕਰਨਗੇ ਸਮੇਂ ਦੇ ਅਨੁਸਾਰ ਜਿਤਨੀ ਵੀ ਵਿਚਾਰ ਹੋਏਗੀ ਉਹ ਆਪਾਂ ਕਰਾਂਗੇ। ਮਹਾਰਾਜ ਨੇ ਇੱਥੇ ਇੱਕ ਬੜੀ ਚੰਗੀ ਗੱਲ ਸਾਨੂੰ ਦੱਸੀ ਹੈ, ਜਿਹੜੀ ਕਿ ਸਾਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਨੇ ਨਾਨਕ ਮੇਰ ਸਰੀਰ ਕਾ ਇੱਕ ਰਤ ਇੱਕ ਵਾਵਾ। ਮੇਰ ਜਿਹੜਾ ਸ਼ਬਦ ਹੈ, ਮੇਰ ਦਾ ਅਰਥ ਹੁੰਦਾ ਹੈ ਵੱਡਾ, ਸ਼੍ਰੋਮਣੀ। ਵਿਦਵਾਨਾਂ ਨੇ ਮੇਰ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਮਾਲਾ ਹੁੰਦੀ ਹੈ ਜਿਸ ਦੇ ਨਾਲ ਲੋਕੀ ਸਿਮਰਨ ਕਰਦੇ ਨੇ, ਉਸ ਦੇ ਵਿੱਚ ਜੇ 108 ਮਣਕਿਆਂ ਦੀ ਮਾਲਾ ਹੈ ਤੇ ਇੱਕ ਵੱਡਾ ਮਣਕਾ ਹੁੰਦਾ ਜਿਸ ਨੂੰ ਮੇਰੂ ਆਖਿਆ ਜਾਂਦਾ ਹੈ। ਉੱਚੇ ਪਰਬਤ ਨੂੰ ਵੀ ਮੇਰੂ ਆਖਿਆ ਜਾਂਦਾ ਹੈ।
अर्थ है सब तो ऊंचा, सब तो श्रेष्ठ, सब तो श्रोमणी। महाराज कहते ने ये जिहड़ी मनुखा देह है सानू मिली हुई, ये 1,84 दुनिया दे विच सब तो श्रेष्ठ है, सब तो उत्तम है। अते इस मनुखा जन्म दे विच असी पूरे गुरु नूं लैके, पूरे गुरु की प्राप्ति करके, पूरे गुरु दे नाल जुड़ के असी उस अकाल पुरख तक पुज सकते हाँ। 84 ਲੱਖ ਜੂਨੀਆਂ ਦੇ ਵਿੱਚ यही एक जोन है जिस विच कि मनुख ਨੂੰ ਇਹ अवसर मिलता है कि वो परमात्मा ਨੂੰ याद करके, उसका सिमरन करके अपने जन्म मरण के गेड़ ਨੂੰ ਕੱਟ सके, उस तो बाहर आ सके। ਜਿਹੜੀ युगां की गल महाराज ने इस श्लोक ਦੇ ਵਿੱਚ ਕੀਤੀ है कि 4 युग ਜਿਹੜੇ ਨੇ जिन्हां ਨੂੰ पुरातन विद्वानां ने, धर्म शास्त्रां ने समय के अनुसार वंड की है। भावें उस समय की वंड हुण अपने आप ही इतिहासक तत्थां दे नाल एक दूजे नाल मेल नहीं खाती। किधरे किधरे ये लिखा है कि जिहड़ा सतयुग सी वो 17.5 ਲੱਖ साल का सी, द्वापर 14.5 ਲੱਖ साल का सी, त्रेता 14.5 ਲੱਖ साल का सी, द्वापर 8.5 का, तो कलयुग जिहड़ा है 4.5 के आस पास उम्र उन्होंने मिथी है। पर जे असी इतिहास नूं वेखदे हाँ तो जे असी रामायण युग अते महाभारत युग नूं देखीए तो एक युग का समा जिहड़ा है 5000 साल तो वध नहीं बनता। इस चीज़ के संकेत जिहड़े ने पुरानियां लिखतां विच भी मिलते हैं। तो अज जिहड़ी खोज हो रही है, मॉडर्न खोज जिहड़ी, उस नाल भी ये चीज़ स्पष्ट हो रही है कि 5000 साल तो उत्ते एक युग का समा नहीं बनता। जो भी है, महाराज कहते हैं लोगों ने यह मान लिया कि समा जिहड़ा है वक्त बदलता है, युग बदलते हैं तो मनुख बदल जाता है, मनुखों की सोच बदल जाती है, मनुखों के विचार बदल जाते हैं। धन गुरु नानक देव महाराज कहते हैं कि समय के बदलण के नाल कुछ बदल जाता है। मैं इस गल नाल सहमत नहीं। युग बदलिया की बदल गया? कोई चंद तारे बदल गए, सूरज बदल गया, ये धरती बदल गई, पौन बदल गई, मनुखों के शरीर बदल गए, 5 तत्त बदल गए, तो सारा कुछ वही है, कुछ भी नहीं बदलता। महाराज कहते हैं जब बदलती है तो लोगों की सोच बदलती है, लोगों का सुभाव बदलता है, अते जिहड़ा बहुतायत दे विच लोगों का सुभाव बन जाता है वही फिर उस समय की चाल बन जाती है। उसे दा लोग जिहड़े ने फिर अनुसरण करते हैं, उसे दे पिछे चलते हैं। महाराज कहते हैं सोई चंद चढ़ै से तारे, सोई दिन अर तप्त रहे, सा धरती सा पवन झुलारे, जुग जी खेले थां कैसे। कहते थां किवें बदल सकती है? धरती तो नहीं बदली, जीव जिहड़े ने आंदे जाते रहंदे ने, मनुखों के विचार बदलते रहंदे ने, पर होर कुछ नहीं बदलता। युग बदलण दे नाल कुछ नहीं बदलता। अते जिहड़े ये कहंदे ने कि कलयुग का समा है, इस करके मनुखता भटक रही है, महाराज कहंदे ने ये भी कोई गल नहीं। जो कुछ कलयुग विच हो रहा है कि सतयुग विच नहीं होया? हरनाकश सतयुग दे विच पैदा होया सी, जिसने अपने आप नूं परमात्मा किया। त्रेते दे विच रावण होया है, जिहड़ा पराई स्त्री नूं चुक के लै गया। द्वापर दे विच कंस होया है, जिसने अपनी भैन दे ही बच्चों का कतल कर दिता। महाराज कहते हैं ये मनुखी सुभाव तो हमेशा तो रहा है, शुरू तो रहा है। हाँ, वो वक्री गल है कि पहला घट होंदा सीगा, हुण वधदा जा रहा है, वधदा जा रहा है, क्योंकि बुराई जिहड़ी है वो बड़ी तेजी नाल वधदी है। बुराई जिहड़ी है वो पानी की तरह है, जिवें पानी निवान वल जाता है, अटे साडा मन का सुभाव जिहड़ा है वो भी पानी की तरह ही है। ये भी बुराई के थल्ले पिछे लग के बड़ी छेती नाल थल्ले नूं जांदा है। मन की सुरत नूं उत्ते चुकना होवे, मेहनत करनी पैंदी है, जोर लाना पैंदा है।
ਤਾਂ ਹੀ ਉਸ ਨੂੰ ਤਪ ਆਖਿਆ ਗਿਆ ਹੈ। ਪਰ ਜੇ ਬੁਰਾਈਆਂ ਵੱਲ ਜਾਣਾ ਹੋਵੇ ਤਾਂ ਕੋਈ ਜ਼ੋਰ ਲਾਉਣ ਦੀ ਲੋੜ ਨਹੀਂ ਹੈ, ਆਪੇ ਹੀ ਚਲਾ ਜਾਂਦਾ ਹੈ। ਕੁਸੰਗਤ ਦਾ ਪ੍ਰਭਾਵ ਮਨੁੱਖ ਦੇ ਉੱਤੇ ਬਹੁਤ ਛੇਤੀ ਹੁੰਦਾ ਹੈ, ਸਤਸੰਗਤ ਦਾ ਪ੍ਰਭਾਵ ਇੰਨੀ ਛੇਤੀ ਨਹੀਂ ਹੁੰਦਾ। ਇਹ ਸਾਡੇ ਮਨੁੱਖੀ ਮਨ ਦਾ ਸੁਭਾਅ ਹੈ। ਮਹਾਰਾਜ ਕਹਿੰਦੇ ਨੇ ਵੱਖਰੇ ਵੱਖਰੇ ਯੁਗਾਂ ਦੇ ਵਿੱਚ ਲੋਕਾਂ ਨੇ ਧਰਮ ਦੇ ਨਾਮ 'ਤੇ ਵੱਖਰੇ ਵੱਖਰੇ ਸਾਧਨ ਬਣਾਏ ਹੋਏ ਸਨ। ਭਗਤ ਰਵਿਦਾਸ ਜੀ ਕਹਿੰਦੇ ਨੇ ਸਤਜੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, तीनों युग तीनों देड़े कल केवल नाम आधार। धन गुरु नानक देव महाराज कहते हैं मैं तो कलयुग ਨੂੰ ਸਭ ਤੋਂ श्रेष्ठ ਮੰਨਦਾ, ਕਿਉਂਕਿ ਪਹਿਲਾਂ ਜੋ ਕੋਈ ਧਰਮ ਦੇ ਨਾਂ 'ਤੇ ਹੁੰਦਾ ਰਿਹਾ, ਭਾਵੇਂ ਲੋਕੀ ਸੱਤ ਕਰਕੇ ਆਪਣਾ ਜੀਵਨ ਬਤੀਤ ਕਰਦੇ ਸਨ, ਪਰ ਜੀਵਨ ਦਾ ਕਾਰ ਵਿਹਾਰ ਜਿਹੜਾ ਵਿਚਾਰ ਸੀ ਉਹ ਵੱਖਰੇ ਹੁੰਦੇ ਸਨ। ਤ੍ਰੇਤਾ ਦੇ ਵਿੱਚ ਯੱਗ ਕਰਨ ਨੂੰ ਹੀ ਧਰਮ ਮੰਨਿਆ ਗਿਆ, ਉੱਥੇ ਵੀ ਜੀਵ ਹੱਤਿਆ ਹੁੰਦੀ ਸੀ। ਗੈਂਡਾ ਮਾਰ ਹੋਣ ਤਪ ਕੀਏ ਦੇਵਤਿਆਂ ਕੀ ਬਾਣੇ, ਜੀਵਾਂ ਦੀ ਬਲੀ ਦਿੱਤੀ ਜਾਂਦੀ ਸੀ। ਅਤੇ ਦੁਆਪਰ ਦੇ ਵਿੱਚ ਲੋਕਾਂ ਨੇ ਸੂਰਮਤਾ ਨੂੰ ਹੀ, ਯੁੱਧ ਨੂੰ ਹੀ, ਸੂਰਮ ਗਤੀ ਨੂੰ ਹੀ ਆਪਣਾ ਨਿਸ਼ਾਨਾ ਮੰਨ ਲਿਆ। ਪਰ ਮਹਾਰਾਜ ਕਹਿੰਦੇ ਨੇ ਕਲਯੁਗ ਜਿਹੜਾ ਹੈ ਇੱਥੇ ਸਭ ਚੀਜ਼ਾਂ ਨੂੰ ਛੱਡ ਕੇ ਕੇਵਲ ਇੱਕ ਨਾਮ ਦਾ ਆਧਾਰ ਹੈ। ਅਤੇ ਜੇ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਤੇ ਮਨੁੱਖ ਦਾ ਨਿਸਤਾਰਾ ਹੋ ਸਕਦਾ ਹੈ, ਉਹਨੂੰ ਬਾਰ-ਬਾਰ ਜਨਮਨ ਮਰਨ ਦੇ ਵਿੱਚ ਆਉਣਾ ਨਹੀਂ ਪਵੇਗਾ। ਸਭ ਤੋਂ ਸ੍ਰੇਸ਼ਟ ਮਹਾਰਾਜ ਨੇ ਦੱਸੀ ਹੈ ਮਨੁੱਖਾਂ ਦੇ। ਮਹਾਰਾਜ ਕਹਿੰਦੇ ਨੇ 84 ਲੱਖ ਜੋਨ ਵਿੱਚ ਉਤਮ ਜਨਨ ਸੋ ਮਾਨਸ ਦੇਹੀ, ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ। ਇਹ ਜਿਹੜੀ ਧਰਤੀ ਹੈ ਇਸ ਦੇ ਵਿੱਚ ਤੈਨੂੰ ਸਰਦਾਰ ਬਣਾਤਾ ਪਰਮਾਤਮਾ ਨੇ, ਤੈਨੂੰ ਸਾਰੀਆਂ ਸ਼ਕਤੀਆਂ ਦੇ ਦਿੱਤੀਆਂ, ਇਹਨੇ ਬੁੱਧੀ ਦੇ ਦਿੱਤੀ, ਬਾਕੀ ਜੋ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਕਰਕੇ ਇਹ ਜਿਹੜੀ ਜੋਨ ਹੈ ਮਨੁੱਖਾ ਜੋਨ ਜਿਹੜੀ ਹੈ ਇਸ ਨੂੰ ਸ੍ਰੇਸ਼ਟ ਦੱਸਿਆ, ਇਸ ਨੂੰ ਮੇਰੂ ਦੱਸਿਆ, ਕਿਉਂਕਿ ਦੂਜੀਆਂ ਜੋਨੀਆਂ ਦੇ ਵਿੱਚ ਇਹ ਨਹੀਂ ਕਰ ਸਕਦਾ ਮਨੁੱਖ ਜਿਹੜਾ ਹੁਣ ਕਰ ਸਕਦਾ ਹੈ, ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ। ਅਵਸਥਾ ਕੀ ਬਣ ਜਾਂਦੀ ਹੈ, ਭਗਤ ਕਬੀਰ ਜੀ ਨੇ ਤੇ ਦ੍ਰਿਸ਼ਟਾਂਤ ਦਿੱਤਾ ਹੈ ਬੜਾ ਸੋਹਣਾ। ਕਹਿੰਦੇ ਨੇ ਜਦੋਂ ਕਿਸੇ ਜਾਨਵਰ ਦੀ ਜੋਨੀ ਵਿੱਚ ਚਲਾ ਜਾਂਦਾ ਹੈ, ਬਲਦ ਦੀ ਜੋਨੀ ਵਿੱਚ, ਭੈਂਸ ਦੀ ਜੋਨੀ ਵਿੱਚ, ਭਗਤ ਜੀ ਕਹਿੰਦੇ ਨੇ ਚਾਰ ਪਾँव दो सुंग गुंग मुख तब कैसे गुन गई है, उठत बैठा ठेंगा पर है तब कत मूंड लुकई है। ਕਹਿੰਦੇ ਨੇ ਚਾਰ ਪੈਰ ਜਦੋਂ ਹੋ ਜਾਣਗੇ, ਸਿਰ 'ਤੇ ਦੋ ਸਿੰਘ ਹੋਣਗੇ, ਆਵਾਜ਼ ਹੋਏਗੀ ਪਰ ਆਵਾਜ਼ਾਂ ਵਿੱਚ ਸ਼ਬਦ ਨਹੀਂ ਹੋਣਗੇ, ਗੂੰਗੇ ਦੀ ਤਰ੍ਹਾਂ ਹੋਏਗਾ, ਨਾਮ ਨਹੀਂ ਜਪ ਸਕਦਾ। ਅਤੇ ਉਠੇਗਾ ਬੈਠੇਗਾ ਜਿਹੜਾ ਮਾਲਕ ਹੈ ਉਸਨੇ ਡੰਡਾ ਮਾਰਨਾ ਹੈ, ਫਿਰ ਸ਼ਰਮ ਆਵੇ, ਫਿਰ ਕਿੱਥੇ ਜਾ ਕੇ ਮੂੰਹ ਲੁਕਾਏਗਾ। ਇਸ ਕਰਕੇ ਮਨੁੱਖਾ ਜੋਨ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ। ਇੱਥੇ ਹੀ ਤੂੰ ਪਰਮਾਤਮਾ ਨੂੰ ਮਿਲਣ ਦਾ ਆਹਰ ਕਰ ਸਕਦਾ ਹੈ, ਪ੍ਰਬੰਧ ਕਰ ਸਕਦਾ ਹੈ। ਪਰ ਅਸੀਂ ਪ੍ਰਬੰਧ ਦੇ ਬਾਰੇ ਸੋਚਦੇ ਘੱਟ ਹੀ ਹਾਂ। ਪੜ੍ਹਦੇ ਰੋਜ਼ ਹਾਂ ਰਹਿਰਾਸ ਸਾਹਿਬ ਦੇ ਵਿੱਚ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰਿਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਮਹਾਰਾਜ ਕੀ ਕਹਿੰਦੇ ਨੇ, ਸਰਮ ਜਾਮ ਲਾਗ ਭੋਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਸਰਮ ਜਾਮ ਦਾ ਅਰਥ ਇਹੀ ਹੈ, ਇੰਤਜ਼ਾਮ ਕਰਨਾ, ਪ੍ਰਬੰਧ ਕਰਨਾ। ਸਰਮ ਜਾਮ ਲਾਗ ਭੋਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਪਰ ਮਹਾਰਾਜ ਅਸੀਂ ਤੇ ਕੁਝ ਕੀਤਾ ਹੀ ਨਹੀਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਹੁਣ ਕੀ ਕਰ ਸਕਦੇ ਹਾਂ, ਅਰਦਾਸ ਕਰ ਸਕਦੇ ਹਾਂ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ। ਅਸੀਂ ਕੋਈ ਇੰਤਜ਼ਾਮ ਨਹੀਂ ਕੀਤਾ, ਅਸੀਂ ਕੋਈ ਜਪ ਤਪ ਨਹੀਂ ਕੀਤਾ, ਭੁੱਲੇ ਰਹੇ ਹਾਂ, ਪਰ ਹੁਣ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਆਪਣੀ ਕਿਰਪਾ ਕਰਕੇ, ਬਖਸ਼ਿਸ਼ ਕਰਕੇ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਕੇ ਸਾਡੇ ਜਿਹੜੇ ਕਰਮ ਨੇ, ਮਾੜੇ ਕਰਮ ਨੇ, ਉਹਨਾਂ ਦਾ ਨਾਸ਼ ਕਰ ਦਿਓ। ਸੋ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਸਰੀਰ ਹੈ, ਮਨੁੱਖਾ ਸਰੀਰ, ਇਹ ਸਭ ਤੋਂ ਉੱਤਮ ਹੈ। ਪਰ ਅੱਗੇ ਮਹਾਰਾਜ ਨੇ ਇੱਕ ਹੋਰ ਗੱਲ ਸਾਨੂੰ ਦੱਸੀ ਹੈ। ਮਹਾਰਾਜ ਕਹਿੰਦੇ ਨੇ, ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ। ਰਥ ਜਿਹੜਾ ਹੁੰਦਾ ਹੈ ਉਸ 'ਤੇ ਸਵਾਰੀ ਕੀਤੀ ਜਾਂਦੀ ਹੈ।
ਅਤੇ ਰਥਵਾਓ ਹੁੰਦਾ ਉਸ ਰਥ ਨੂੰ ਹੱਕਣ ਵਾਲਾ, ਚਲਾਉਣ ਵਾਲਾ। ਮਹਾਰਾਜ ਕਹਿੰਦੇ ਨੇ, ਇਹ ਸਮਝ ਲਓ ਜਿਵੇਂ ਸਾਡਾ ਇਹ ਸਰੀਰ ਹੈ, ਇਹ ਇੱਕ ਰਥ ਹੈ ਅਤੇ ਇਸ ਰਥ ਦੇ ਵਿੱਚ ਸਾਡੀ ਆਤਮਾ, ਜੀਵ ਆਤਮਾ ਸਵਾਰ ਹੈ, ਜੀਵਨ ਦੀ ਯਾਤਰਾ ਕਰ ਰਹੀ ਹੈ। ਅਤੇ ਜਿਹੜਾ ਇੱਕ ਰਥ ਨੂੰ ਹੱਕਣ ਵਾਲਾ ਹੈ, ਉਹ ਸਮੇਂ-ਸਮੇਂ ਦੇ ਅਨੁਸਾਰ ਰਥ ਵੀ ਬਦਲਦਾ ਰਿਹਾ ਹੈ, ਹੱਕਣ ਵਾਲਾ ਵੀ ਬਦਲਦਾ ਰਿਹਾ ਹੈ, ਕਿਉਂਕਿ ਮਨੁੱਖ ਨੂੰ ਅਨੇਕਾਂ ਹੀ ਜਨਮ ਲੈਣੇ ਪਏ ਨੇ। ਮਹਾਰਾਜ ਕਹਿੰਦੇ ਨੇ, ਜੁਗ ਜੁਗ ਫੇਰ ਵਟਾਈਏ, ਗਿਆਨੀ ਬੂਝੈ ਤਾਏ। ਕਹਿੰਦੇ ਹਰ ਇੱਕ ਯੁੱਗ ਦੇ ਵਿੱਚ, ਸਮੇਂ-ਸਮੇਂ ਦੇ ਵਿੱਚ ਮਨੁੱਖ ਜਿਹੜਾ ਹੈ ਇਹ ਆਪਣੀ ਸਰੀਰ ਨੂੰ ਵਟਾਉਂਦਾ ਰਿਹਾ ਹੈ, ਬਦਲਦਾ ਰਿਹਾ ਹੈ। ਪਤਾ ਨਹੀਂ ਕਿਤਨੇ ਸਰੀਰਾਂ ਵਿੱਚ ਘੁੰਮ ਕੇ ਅਸੀਂ ਆਏ ਹਾਂ। ਭਗਤ ਕਬੀਰ ਜੀ ਦੇ ਕਹਿੰਦੇ ਨੇ, ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਭਗਤ ਰਵਿਦਾਸ ਜੀ ਕਹਿੰਦੇ ਨੇ, ਬਹੁਤ ਜਨਮ ਵਿਚਰੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਪਤਾ ਨਹੀਂ ਕਿਤਨੇ ਜਨਮਾਂ ਵਿੱਚ ਅਸੀਂ ਭਟਕੇ ਹਾਂ, ਤਾਂ ਅਸੀਂ ਇਸ ਮਨੁੱਖਾ ਜੋਨ ਵਿੱਚ ਆਏ ਹਾਂ। ਮਹਾਰਾਜ ਕਹਿੰਦੇ ਨੇ, ਪਰ ਹਰ ਕੋਈ ਇਸ ਗੱਲ ਨੂੰ ਨਹੀਂ ਸਮਝਦਾ। ਗਿਆਨੀ ਬੁੱਝੈ ਤਾਏ। ਜਿਹੜੇ ਗਿਆਨਵਾਨ ਪੁਰਸ਼ ਨੇ ਉਹੀ ਇਸ ਗੱਲ ਨੂੰ ਸਮਝਦੇ ਨੇ ਕਿ ਇਹ ਜਿਹੜਾ ਸਰੀਰ ਹੈ ਅਮੁੱਲਾ ਸਰੀਰ ਹੈ। ਮਨਾ ਕਿਧਰੇ ਇਸ ਮੌਕੇ ਨੂੰ ਅਸੀਂ ਗਵਾ ਦਈਏ, ਇਹ ਅਵਸਰ ਸਾਡੇ ਹੱਥੋਂ ਚਲਾ ਜਾਏ ਅਤੇ ਅਸੀਂ ਫੇਰ ਕਿਸੇ ਹੋਰ ਜੋਨ ਵਿੱਚ ਚਲੇ ਜਾਈਏ, ਇਹ ਅਵਸਰ ਸਾਡਾ ਨਿਕਲ ਜਾਏਗਾ। ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਇਹੀ ਵਾਰੀ ਹੈ। ਪਰ ਗਿਆਨੀ ਮਨੁੱਖ ਇਸ ਗੱਲ ਨੂੰ ਸਮਝਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗਿਆਨੀ ਦੀ ਵੀ ਪਰਿਭਾਸ਼ਾ ਦਿੱਤੀ ਹੈ ਗੁਰਬਾਣੀ ਦੇ ਵਿੱਚ। ਗਿਆਨੀ ਹੋਏ ਮਰਮ ਕੋ ਪਾਵੈ, ਕਿ ਜਿਹੜਾ ਗਿਆਨੀ ਹੈ ਉਹੀ ਇਸ ਗੱਲ ਨੂੰ ਸਮਝਦਾ ਹੈ। ਸਤਜੁਗ ਦੂਜਾ ਭਰਮ ਕਰਤੇ ਤੇ ਵੀ ਜੋਨੀ ਫਿਰ ਆਵੇ। ਜਿਹੜੇ ਗਿਆਨੀ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਯਾਤਰਾ ਹੈ ਕਿਵੇਂ ਯੁਗਾਂ ਵਿੱਚ ਚੱਲ ਰਹੀ ਹੈ। ਮਹਾਰਾਜ ਕਹਿੰਦੇ ਨੇ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਕਿਹੋ ਜਿਹਾ ਹੋਣਾ ਚਾਹੀਦਾ ਹੈ ਗਿਆਨੀ? ਆਪ ਪਛਾਣੈ ਬੂਝੈ ਸੋਏ। ਕਹਿੰਦਾ ਜਿਹੜਾ ਆਪਣੇ ਆਪ ਨੂੰ ਪਛਾਣ ਲਵੇ ਅਤੇ ਉਸ ਪਰਮਾਤਮਾ ਨੂੰ ਜਾਣ ਲਵੇ, ਉਹ ਗਿਆਨੀ ਹੈ। ਗੁਰ ਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਗਹਿ ਪਰਵਾਨ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦਾ ਓਟ ਆਸਰਾ ਲੈ ਕੇ ਇਹ ਵਿਚਾਰ ਕਰੇ ਕਿ ਇਹ ਜਿਹੜਾ ਸਰੀਰ ਮੈਨੂੰ ਮਿਲਿਆ ਹੈ, ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਇਸ ਨੂੰ ਮੈਂ ਕਿਵੇਂ ਸਫਲ ਕਰਨਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤੀ ਸਾਡੇ 'ਤੇ, ਸਾਨੂੰ ਜਿਤਨੇ ਵੀ ਕਰਮ ਕਾਂਡ ਸਨ ਉਹਨਾਂ ਤੋਂ ਬਾਹਰ ਕੱਢਿਆ। ਮਹਾਰਾਜ ਅੱਗੇ ਦੱਸ ਰਹੇ ਨੇ ਕਿ ਯੁਗਾ ਯੁਗਾ ਦੇ ਵਿੱਚ ਕਿਹੜੇ ਕਿਹੜੇ ਰਥ ਹੋਏ ਨੇ ਅਤੇ ਕਿਹੜੇ ਕਿਹੜੇ ਰਥਵਾਏ ਹੋਏ ਨੇ। ਉਹਨਾਂ ਦੇ ਅਨੁਸਾਰ ਕਿਵੇਂ ਮਨੁੱਖਾਂ ਦੇ ਵਿਚਾਰ ਬਦਲੇ ਨੇ, ਕਿਵੇਂ ਮਨੁੱਖਾਂ ਦਾ ਸੁਭਾਅ ਬਦਲਿਆ ਹੈ। ਮਹਾਰਾਜ ਕਹਿੰਦੇ ਨੇ, ਸਤਜੁਗ ਰਥ ਸੰਤੋਖਾ ਧਰਮ ਅੱਗੇ ਰਥਵਾਓ। ਕਹਿੰਦੇ ਨੇ ਜਿਹੜਾ ਸਤਯੁਗ ਆਖਦੇ ਸੀ, ਉੱਥੇ ਇਸ ਰਥ ਨੂੰ ਚਲਾਉਣ ਵਾਲਾ ਧਰਮ ਸੀ। ਧਰਮ ਜ਼ਿਆਦਾ ਸੀਗਾ, ਧਰਮ ਦਾ ਬੋਲਬਾਲਾ ਸੀ। ਇਸ ਕਰਕੇ ਸਰੀਰ ਰੂਪੀ ਰਥ ਜਿਹੜਾ ਸੀਗਾ, ਇਸ ਵਿੱਚ ਸੰਤੋਖ ਸੀਗਾ। ਪੜ੍ਹਦੇ ਆ ਨਾ ਜਪਜੀ ਸਾਹਿਬ ਵਿੱਚ, ਦੌਲ ਧਰਮ ਦਿਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਮ ਤੋਂ ਹੀ ਸੰਤੋਖ ਪੈਦਾ ਹੁੰਦਾ ਹੈ। ਉਸ ਵੇਲੇ ਸੰਤੋਖੀ ਮਨੁੱਖ ਹੁੰਦੇ ਸਨ, ਉਹਨਾਂ ਦੀ ਗਿਣਤੀ ਜ਼ਿਆਦਾ ਸੀ, ਭੈੜਿਆਂ ਦੀ ਗਿਣਤੀ ਕਮ ਸੀ। ਫਿਰ ਮਹਾਰਾਜ ਕਹਿੰਦੇ ਨੇ, ਅੱਗੇ ਤ੍ਰੇਤਾ ਯੁੱਗ ਆ ਗਿਆ। ਤ੍ਰੇਤੈ ਰਥ ਜਤੈ ਕਾ ਜੋਰ ਅੱਗੇ ਰਥਵਾਹੋ। ਤ੍ਰੇਤੇ ਯੁੱਗ ਦੇ ਵਿੱਚ ਇਹ ਵਿਚਾਰ ਪ੍ਰਬਲ ਹੋ ਗਿਆ, ਇਹ ਭਾਵਨਾ ਵੱਧ ਗਈ ਕਿ ਜਿਹੜਾ ਮਨੁੱਖ ਹੈ ਉਸ ਨੂੰ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ, ਬਲਵਾਨ ਹੋਣਾ ਚਾਹੀਦਾ ਹੈ। ਕਿਉਂਕਿ ਤ੍ਰੇਤੇ ਦੇ ਵਿੱਚ ਯੁੱਧ ਬੜੇ ਹੁੰਦੇ ਸਨ। ਮਨੁੱਖ ਦਾ ਨਿਸ਼ਾਨਾ ਹੋ ਗਿਆ ਸ਼ਕਤੀਸ਼ਾਲੀ ਹੋਣਾ, ਜ਼ੋਰਵਾਨ ਹੋਣਾ। ਹੁਣ ਸ਼ਕਤੀਸ਼ਾਲੀ ਹੋਣ ਵਾਸਤੇ, ਜ਼ੋਰ ਹੋਣ ਵਾਸਤੇ ਲੋਕਾਂ ਨੂੰ ਲੱਗਿਆ ਕਿ ਜਤੀ ਹੋਣਾ ਜਿਹੜਾ ਉਹ ਵੀ ਜ਼ਰੂਰੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਉਸ ਵੇਲੇ ਬਲਵਾਨ ਜਿਹੜਾ, ਜ਼ੋਰ ਜਿਹੜਾ ਸੀ ਉਹ ਰਥਵਾਹਾ ਹੋ ਗਿਆ ਅਤੇ ਜਤ ਜਿਹੜਾ ਸੀਗਾ ਉਹ ਰਥ ਹੋ ਗਿਆ, ਜਿਸ ਦੇ ਵਿੱਚ ਇਹ ਮਨੁੱਖ ਜਿਹੜੇ ਨੇ ਯਾਤਰਾ ਕਰ ਰਹੇ ਸਨ। ਅੱਗੇ ਮਹਾਰਾਜ ਕਹਿੰਦੇ ਨੇ, ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾਓ। ਕਹਿੰਦੇ ਦੁਆਪਰ ਦੇ ਵਿੱਚ ਸਤ, ਇੱਥੇ ਸਤ ਦਾ ਅਰਥ ਹੈ ਆਚਰਣ, ਕਿ ਮਨੁੱਖ ਦਾ ਜਿਹੜਾ ਆਚਰਣ ਸੀ ਉਹ ਅੱਗੇ ਰਥਵਾਓ ਹੋ ਗਿਆ, ਉਹ ਮੁੱਖ ਵਿਚਾਰ ਹੋ ਗਿਆ ਅਤੇ ਉਸ ਨੂੰ
ਲੈਣ ਵਾਸਤੇ, ਸਤ ਨੂੰ ਪ੍ਰਾਪਤ ਕਰਨ ਵਾਸਤੇ, ਚੰਗਾ ਆਚਰਣ ਪ੍ਰਾਪਤ ਕਰਨ ਵਾਸਤੇ, ਇੰਦਰੀਆਂ ਨੂੰ ਵਸ ਵਿੱਚ ਰੱਖਣ ਵਾਸਤੇ ਲੋਕਾਂ ਨੇ ਫਿਰ ਤਪ ਦੀ ਸਹਾਇਤਾ ਲਈ, ਤਪ ਵਿੱਚ ਲੱਗੇ ਤਾਂ ਕਿ ਇੰਦਰੀਆਂ ਕਾਬੂ ਵਿੱਚ ਰੱਖ ਸਕਣ, ਵਿਕਾਰਾਂ ਤੋਂ ਬਚ ਸਕਣ। ਇਹ ਇੱਕ ਮੁੱਖ ਵਿਚਾਰ ਹੋ ਗਿਆ ਉਸ ਸਮੇਂ ਦੇ ਲੋਕਾਂ ਦਾ। ਮਹਾਰਾਜ ਕਹਿੰਦੇ ਨੇ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਓ। ਪਰ ਮਹਾਰਾਜ ਕਹਿੰਦੇ ਨੇ ਕਿ ਲੋਕਾਂ ਦੇ ਵਿਚਾਰ ਹੁਣ ਇੰਨੇ ਨੀਵੇਂ ਹੋ ਗਏ ਇਸ ਸਮੇਂ ਦੇ ਵਿੱਚ, ਕਲਯੁਗ ਦੇ ਸਮੇਂ ਦੇ ਵਿੱਚ, ਕਿ ਇੱਥੇ ਜਿਹੜਾ ਰਥ ਹੈ ਉਹ ਅਗਨ ਦਾ ਹੋ ਗਿਆ। ਕਿਹੜੀ ਅਗਨ ਹੈ? ਵਿਕਾਰਾਂ ਦੀ ਅਗਨ, ਤ੍ਰਿਸ਼ਨਾ ਦੀ ਅਗਨ, ਲੋਭ ਦੀ ਅਗਨ। ਵਿਕਾਰਾਂ ਦੀ ਅਗਨ ਜਿਹੜੀ ਹੈ ਉਸ ਦਾ ਰਥ ਹੋ ਗਿਆ। ਅਤੇ ਚਲਾਉਣ ਵਾਲਾ ਕੌਣ ਹੋ ਗਿਆ? ਕੂੜ ਅੱਗੇ ਰਥਵਾਓ। ਕੂੜ ਜਿਹੜਾ ਹੈ, ਝੂਠ, ਠੱਗੀ, ਇਹ ਚਲਾਉਣ ਵਾਲਾ ਹੋ ਗਿਆ। ਹੁਣ ਜਦੋਂ ਬੰਦਾ ਝੂਠ ਦੇ ਪਿੱਛੇ ਲੱਗਦਾ ਹੈ, ਮਨ ਦੇ ਵਿੱਚ ਠੱਗੀ ਆਉਂਦੀ ਹੈ, ਤੇ ਫਿਰ ਵਿਕਾਰ ਹੀ ਪਿੱਛੇ ਬਹਿਣਗੇ। ਵਿਕਾਰਾਂ ਦੇ ਮਗਰ ਹੀ ਤੁਰੇਗਾ ਜੇ ਉਸ ਦਾ ਜੀਵਨ ਦਾ ਨਿਸ਼ਾਨਾ ਕੂੜ ਹੈ, ਝੂਠ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇਸ ਕਲਯੁਗ ਦੇ ਸਮੇਂ ਦੇ ਵਿੱਚ ਮਨੁੱਖ ਜਿਹੜਾ ਹੈ ਵਿਕਾਰਾਂ ਦੇ ਰਥ ਦੀ ਸਵਾਰੀ ਕਰ ਰਿਹਾ ਹੈ, ਝੂਠ ਦੇ ਪਿੱਛੇ ਲੱਗਿਆ ਹੈ, ਠੱਗੀ ਦੇ ਪਿੱਛੇ ਲੱਗਿਆ ਹੋਇਆ ਹੈ। ਅਸਲ ਦੇ ਵਿੱਚ ਜਿਹੜੇ ਵਿਚਾਰ ਮਨੁੱਖ ਨੂੰ ਪ੍ਰਭਾਵਿਤ ਕਰਦੇ ਨੇ ਉਹ ਵਿਚਾਰ ਸਮਾਜ ਦੇ ਵਿਚਾਰ ਹੁੰਦੇ ਨੇ। ਸਮਾਜ ਦੇ ਵਿਚਾਰਾਂ ਦਾ ਇਕੱਠ ਹੁੰਦਾ ਹੈ, ਹੌਲੀ ਹੌਲੀ ਉਹੀ ਫਿਰ ਸਮੇਂ ਦਾ ਵਿਚਾਰ ਬਣ ਜਾਂਦਾ ਹੈ। ਕਿਸੇ ਸਮੇਂ ਬੁਰਾਈ ਘੱਟ ਸੀ, ਹੌਲੀ ਹੌਲੀ ਮਨੁੱਖ ਦੀ ਜਿਹੜਾ ਸੁਭਾਅ ਸੀ ਬੁਰਾਈ ਵੱਲ ਜ਼ਿਆਦਾ ਝੁਕਦਾ ਗਿਆ। ਭੈੜੇ ਵਿਚਾਰ ਰੱਖਣ ਵਾਲਿਆਂ ਦੀ ਗਿਣਤੀ ਵੱਧਦੀ ਗਈ। ਅਤੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਵੇਖ ਹੀ ਰਹੇ ਹਾਂ ਕਿ ਸੰਸਾਰ ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਸਮੇਂ ਦੀ ਵੰਡ ਦਾ ਕੋਈ ਅਸਰ ਨਹੀਂ। ਮਹਾਰਾਜ ਕਹਿੰਦੇ ਨੇ ਯੁੱਗਾਂ ਦਾ ਕੋਈ ਅਸਰ ਨਹੀਂ ਹੈ। ਇਹ ਤਾਂ ਮਨੁੱਖ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਇੱਕ ਬਹਾਨਾ ਕਹਿ ਲਿਆ ਕਿ ਕਲਯੁਗ ਆ ਗਿਆ, ਇਸ ਕਰਕੇ ਇਸ ਤਰ੍ਹਾਂ ਦਾ ਹੋ ਰਿਹਾ ਹੈ। ਅਸਲ ਦੇ ਵਿੱਚ ਸਾਡਾ ਮਨ ਹੀ ਕਮਜ਼ੋਰ ਹੈ। ਮਨ ਕਰਕੇ ਅਸੀਂ ਕਮਜ਼ੋਰ ਹਾਂ, ਤਾਂ ਹੀ ਅਸੀਂ ਬੁਰਾਈਆਂ ਨੂੰ ਕਬੂਲਦੇ ਹਾਂ। ਪਰ ਇਹ ਜਿਹੜਾ ਕੁਝ ਹੋ ਰਿਹਾ ਹੈ, ਇਸ ਤੋਂ ਬਚਣ ਦਾ ਵੀ ਕੋਈ ਸਾਧਨ ਹੈ। ਮਹਾਰਾਜ ਨੇ ਦੂਜੇ ਸ਼ਲੋਕ ਦੇ ਅਖੀਰ ਵਿੱਚ ਕਿਹਾ ਹੈ ਕਿ ਉਹ ਮਨੁੱਖ ਜਿਹੜਾ ਕਿ ਭਾਉ ਭਗਤ ਕਰ ਨੀਚ ਸਦਾਏ, ਨਾਨਕ ਤੋ ਮੁਖ ਅੰਤਰ ਪਾਏ। ਜਿਹੜੇ ਸੋਚਦੇ ਸਨ ਕਿ ਇਹਨਾਂ ਕਰਮ ਕਾਂਡਾਂ ਦੇ ਕਰਕੇ ਅਸੀਂ ਮੋਕਸ਼ ਨੂੰ ਪ੍ਰਾਪਤ ਕਰ ਲਾਂਗੇ, ਮੁਕਤ ਹੋ ਜਾਵਾਂਗੇ, ਬੰਧਨਾਂ ਤੋਂ ਛੁੱਟ ਜਾਵਾਂਗੇ, ਮਹਾਰਾਜ ਕਹਿੰਦੇ ਨੇ ਕੋਈ ਐਸਾ ਮੁਕਤ ਨਹੀਂ ਹੋਇਆ। ਕਿਸੇ ਨੇ ਇਹਨਾਂ ਕਰਮਾਂ ਦੇ ਕਰਕੇ ਮੁਕਤੀ ਪ੍ਰਾਪਤ ਨਹੀਂ ਕੀਤੀ। ਇਸੇ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਭ ਤੋਂ ਵੱਡਾ ਸਤਿਗੁਰੂ ਨਾਨਕ ਆਖਿਆ ਹੈ। ਜੋ ਵਿਚਾਰ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਦਿੱਤੇ ਨੇ, ਕਿਸੇ ਧਰਮ ਪੁਸਤਕ ਦੇ ਵਿੱਚ, ਕਿਸੇ ਧਰਮ ਗ੍ਰੰਥ ਦੇ ਵਿੱਚ ਇਹ ਵਿਚਾਰ ਮਿਲ ਨਹੀਂ ਸਕਦੇ, ਕਿਉਂਕਿ ਇਹਨਾਂ ਕੋਈ ਭੁਲੇਖਿਆਂ ਵਿੱਚ ਪਾਉਣ ਵਾਲਾ ਹੈ। ਅਗਲਾ ਸ਼ਲੋਕ ਲੰਮੇਰਾ ਹੈ, ਵਿਚਾਰ ਤੇ ਅਗਲੇ ਹਫ਼ਤੇ ਹੋਏਗੀ, ਪਰ ਮੈਂ ਟੂਕ ਮਾਤਰ ਦੱਸਾਂ। ਜਿਹੜੇ 4 ਵੇਦ ਨੇ ਉਹਨਾਂ ਦੇ ਵਿੱਚ ਜਿਹੜਾ ਅਥਰਵਣ ਵੇਦ ਹੈ, ਜਿਸ ਦਾ ਵਿਦਵਾਨਾਂ ਨੇ ਕਲਯੁਗ ਦੇ ਨਾਲ ਸੰਬੰਧ ਦੱਸਿਆ ਹੈ, ਉਸ ਦੇ ਵਿੱਚ ਇੰਨੇ ਤੰਤਰ ਮੰਤਰ, ਜਾਦੂ ਟੋਣੇ, ਇਹਨਾਂ ਕੁਝ ਲਿਖਿਆ ਹੋਇਆ ਜਿਸ ਨੂੰ ਕਿ ਵੱਡੇ ਵੱਡੇ ਵਿਦਵਾਨ ਜਿਹੜੇ ਨੇ ਉਹ ਵੀ ਮਾੜਾ ਆਖਦੇ ਨੇ। ਇਸ ਕਰਕੇ ਅਥਰਵਣ ਨੂੰ ਪੜ੍ਹਦੇ ਹੀ ਨਹੀਂ ਲੋਕ। ਅਤੇ ਵੇਦਾਂ ਦੇ ਵਿੱਚ ਇਹਨਾਂ ਕੁਝ ਐਸਾ ਲਿਖਿਆ ਹੋਇਆ ਹੈ ਜਿਹੜਾ ਕਿ ਮਨੁੱਖ ਨੂੰ ਕਰਮ ਕਾਂਡਾਂ ਦੇ ਵਿੱਚ ਫਸਾ ਕੇ ਪਰਮਾਤਮਾ ਤੋਂ ਦੂਰ ਕਰਦਾ ਹੈ। ਹੋ ਵੀ ਇਹੀ ਕੁਝ ਰਿਹਾ ਹੈ। ਅਸੀਂ ਦੇਖ ਰਹੇ ਹਾਂ ਮਨੁੱਖ ਤਾਂ ਪਰਮਾਤਮਾ ਨੂੰ ਭੁੱਲ ਕੇ ਹੋਰ ਪਾਸੇ ਲੱਗੀ ਹੋਈ ਹੈ। ਪੱਥਰਾਂ ਦੀ ਪੂਜਾ ਹੋ ਰਹੀ ਹੈ, ਉਹਨਾਂ ਜੀਵਾਂ ਦੀ ਪੂਜਾ ਹੋ ਰਹੀ ਹੈ ਜਿਨ੍ਹਾਂ ਨੂੰ ਅਸੀਂ ਦੇਖਦੇ ਨਹੀਂ, ਸੱਪਾਂ ਦੀ ਪੂਜਾ ਹੋ ਰਹੀ ਹੈ, ਦਰਖਤਾਂ ਦੀ ਪੂਜਾ ਹੋ ਰਹੀ ਹੈ। ਇਹ ਸਾਰੇ ਕਰਮ ਕਾਂਡ ਹੀ ਨੇ, ਹੋਰ ਕੀ ਹੈ। ਜਿਸ ਨੇ ਸਾਰਾ ਕੁਝ ਬਣਾਇਆ ਮਨੁੱਖਤਾ ਉਸ ਨੂੰ ਭੁੱਲ ਗਈ, ਫਿਰ ਕਿਵੇਂ ਛੁਟਕਾਰਾ ਹੋਵੇ। ਮਹਾਰਾਜ ਕਹਿੰਦੇ ਨੇ ਸਭ ਤੋਂ ਉੱਤਮ ਸਾਧਨ ਹੈ ਪਰਮਾਤਮਾ ਦੀ ਪ੍ਰੇਮਾ ਭਗਤੀ। ਜਿਹੜੇ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਲੱਗ ਕੇ ਆਪਣੇ ਆਪ ਨੂੰ ਨੀਵਾਂ ਅਖਵਾਉਂਦੇ ਨੇ, ਨਿਮਰਤਾ ਵਿੱਚ ਰਹਿੰਦੇ ਨੇ, ਉਹਨਾਂ ਨੂੰ ਹੀ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਨੂੰ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਮੁਕਤੀ ਜਿਹੜੀ ਹੈ ਇਸ ਜਨਮ ਦੇ ਵਿੱਚ ਸਾਡੇ ਵਿਕਾਰਾਂ ਤੋਂ, ਬੰਧਨਾਂ ਤੋਂ ਮੁਕਤੀ ਹੈ, ਸਾਡੇ ਆਵਾਗਮਨ ਤੋਂ ਮੁਕਤੀ ਹੈ, ਜਨਮ ਮਰਨ ਤੋਂ ਮੁਕਤੀ ਹੈ। ਸੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਖਸ਼ਿਸ਼ ਕਰਕੇ
ਸਾਨੂੰ ਇੱਕ ਇਹੋ ਜਿਹਾ ਮੂਲ ਸਿਧਾਂਤ ਦਿੱਤਾ ਗੁਰਮਤਿ ਦਾ, ਤਾਂ ਕਿ ਅਸੀਂ ਹੋਰ ਕਿਧਰੇ ਪਾਸੇ ਨਾ ਜਾਈਏ, ਕਿਸੇ ਪਾਸੇ ਨਾ ਭੱਜੀਏ, ਕਿਸੇ ਦੇ ਮਗਰ ਲੱਗ ਕੇ ਨਾ ਤੁਰੀਏ, ਸਿਰਫ ਆਪਣੇ ਗੁਰੂ ਤੇ ਭਰੋਸਾ ਕਰੀਏ। ਜਿਹੜਾ ਪੂਰਾ ਗੁਰੂ ਹੈ ਉਹੀ ਸਾਨੂੰ ਪਰਮਾਤਮਾ ਤੱਕ ਲੈ ਕੇ ਜਾ ਸਕਦਾ ਹੈ, ਅਤੇ ਅਸੀਂ ਖੁਸ਼ਕਿਸਮਤ ਹਾਂ, ਸਾਡੇ ਕੋਲ ਪੂਰਾ ਗੁਰੂ ਹੈ। ਸਾਡੇ ਪੂਰੇ ਗੁਰੂ ਨੇ ਸਾਨੂੰ ਉਹ ਉਪਦੇਸ਼ ਦਿੱਤਾ ਹੈ ਜਿਸ ਨੂੰ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਆਪਣੀ ਜੀਵਨ ਜਾਂਚ ਇਹੋ ਜਿਹੀ ਬਣਾ ਸਕਦੇ ਹਾਂ ਕਿ ਅਸੀਂ ਆਪਣੇ ਇਸ ਜਨਮ ਨੂੰ ਸਫਲਾ ਕਰ ਸਕਦੇ ਹਾਂ, ਜਿਹੜਾ ਕਿ ਮਹਾਰਾਜ ਨੇ ਸਭ ਤੋਂ ਉੱਤਮ ਜਨਮ ਕਿਹਾ ਹੈ, ਜਿਸ ਨੂੰ ਮਹਾਰਾਜ ਨੇ ਮੇਰੂ ਆਖਿਆ ਹੈ। ਮਹਾਰਾਜ ਨੇ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਹੀ ਕਰਮ ਕਾਂਡਾਂ ਤੋਂ, ਤਰ੍ਹਾਂ ਤਰ੍ਹਾਂ ਦੇ ਜਿਹੜੇ ਲੋਕੀ ਫਸੇ ਹੋਏ ਨੇ ਕੰਮਾਂ ਵਿੱਚ, ਉਹਨਾਂ ਤੋਂ ਬਚਾਇਆ ਹੈ, ਅਤੇ ਸਿੱਧਾ ਉਸ ਅਕਾਲ ਪੁਰਖ ਦੇ ਨਾਲ ਮਹਾਰਾਜ ਨੇ ਜੋੜ ਦਿੱਤਾ। 10ਵੇਂ ਜਾਮੇ ਦੇ ਵਿੱਚ ਧੰਨ ਗੁਰੂ ਕਲਗੀਧਰ ਮਹਾਰਾਜ ਨੇ ਤੇ ਸਪਸ਼ਟ ਰੂਪ ਤੇ ਕਹਿ ਦਿੱਤਾ, ਆਪਾਂ ਪੜ੍ਹਦੇ ਹਾਂ ਚੌਪਈ ਸਾਹਿਬ ਤੋਂ ਬਾਅਦ ਸਵਈਆ ਰੋਜ਼, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ, राम रहीम पुराण कुरान एक है मत एक न मान्यो, सिमरत शास्त्र भेद सब वो भेद कहे हम एक न जान्यो, श्री अस्पान किरपा तुमरी कर मैं न कहो सब तोए बखानो। कहते मैं किसी झंझट विच नहीं पैंदा, मैं इन्हां गल्लां नूं किसी नूं भी नहीं मनदा, मैं तो सिर्फ तैनूं जाणदा हाँ अकाल पुरख, एक तू ही है, तैनूं ही मेरी नमस्कार है। धन गुरु कलगीधर पातशाह ने अकाल पुरख की उस्तत दे विच कितनी बाणी उच्चारण की है, जो आप जाप साहब पढ़ते हाँ अकाल उस्तत है। इसे करके है सानू दसण वास्ते कि उस एक अकाल पुरख नाल जुड़ना है, उसकी उस्तत करनी है, उसे का सहारा लेना है और किसी का आधार नहीं लेना, किसी का आसरा नहीं लेना। गुरबाणी नाल जुड़ना है क्योंकि गुरबाणी पूर्ण गुरु है। धन गुरु ग्रंथ साहिब महाराज जिन्हां भी 10 गुरुआं की जोत इत्थे विराजमान है, इत्थे है, तां महाराज ने कहा गुरु ग्रंथ जी मानियो प्रगट गुरां की देह। मन दे विच कोई संशा नहीं रखना, कोई सुभाह नहीं रखनी, सिर्फ एक भरोसा चाहिए है, दृढ़ विश्वास चाहिए है, क्योंकि ये संसार भटक रहा है, ये संसार विकार संशय में तरियो ब्रह्म ज्ञानी। तर हो ही सकता है जिहड़ा इस बाणी तो ज्ञान लैके, गुरु तो ज्ञान का प्रकाश लैके इस मार्ग ते तुरदा है, गुरु की गल नूं मनदा है, अपने जीवन नूं निर्मल करता है। आसा जी वारदी की बाणी दे विच जिथे महाराज ने समय समय अनुसार जो कुछ इस संसार विच हुंदा रहा है उसका ज्ञान सानू दिता है, उत्थे महाराज ने जिहड़ा गुरमत का मूल सिद्धांत है नाल नाल सानू वो भी उन्होंने दस्या है, ताकि असी किधरे समझण दे विच गलती ना कर जाइए, किधरे भटक ना जाइए। सो धन गुरु नानक देव महाराज बख्शिश करन, किरपा करन, सारियां दे सिर ते मेहर भरिया हथ रखन, सारियां दे हृदय विच इस गुरबाणी का प्रकाश करन, ताकि असी अपने जीवन के मनोरथ नूं समझ सकीए। असल दे विच जीवन का निशाना जिहड़ा है वो जानना बड़ा जरूरी है। जिस जीवन का मनोरथ अकाल पुरख नूं मिलना है, जीवन का निशाना उस तो विछड़ के फिर उसनूं मिलना है, तो फिर असी गुरु की गल जरूर मनांगे, तां ही असी अपने इस जीवन को सफल कर सकते हाँ। बार बार ये गल्लां दोहराउण का अर्थ यही हुंदा है कि जे असी गुरुद्वारे तो बाहर जाके भुल जाइए तो फिर अगली बारी फिर याद आ जाए ये जन्म क्यों मिलया है, की करना है। असी जिथे संसारी कामकार करने ने, जिथे संसारी कार विहार करने ने, उथे असी फिर अपने जन्म को सफल करने वास्ते आहर भी करना है, सरंजाम भी करना है। सतगुर बख्शिश करन, किरपा करन, सारियां दे सिर ते मेहर भरिया हथ रखन, बेअंत भुलां गलतियां दी खिमा करनी जी। वाहिगुरू जी का खालसा।